सिचुएशन एट प्रेजेंट क्या है दैट एवरीबडी जिन्होंने जनवरी इनटेक वास्ते फाइल लगाई सी मोस्ट ऑफ देम आर वेटिंग फॉर देयर अप्रूवल्स। कैनेडा गवर्नमेंट हैज़ इंपोज्ड हैवी ट्रैवल रिस्ट्रिक्शंस ऑन स्टूडेंट्स। ਤੁਹਾਨੂੰ ਜਾਂਦੇ ਹੀ $2000 तक का खर्चा करना पै सकता है टू स्टे इन अ गवर्नमेंट ऑथराइज्ड होटल। एक स्टूडेंट के परसपैक्टिव तो एक खर्चा बहुत ज़्यादा हो जाएगा। उत्थे तुसी एक अपना कोविड टेस्ट करवाओगे, गॉड फॉरबिड वो रिजल्ट पॉजिटिव निकलता है तो थोनों प्रॉपर 14 डेज़ की आइसोलेशन उत्थे करनी पेगी। पर हजे भी मेजर टेंशन यही है कि PPR शुड कम इन टाइम। हे गाइस, वेलकम बैक टू माय चैनल। मैं अक्सर एक्सप्रैस एंट्री IELTS या PR प्रोसैस ਤੇ ਬਹੁਤ ਵੀਡੀਓਜ਼ ਬਣਾਉਂਦਾ ਰਹਿਣਾ, ਬਟ ਅੱਜ ਦੀ ਵੀਡੀਓ ਕੈਨੇਡੀਅਨ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਹੈ। ਇਹ ਉਹ ਸੈਗਮੈਂਟ ਹੈ ਜੋ PR ਜਾਂ ਐਕਸਪ੍ਰੈਸ ਐਂਟਰੀ ਦੀ ਡਿਸਕਸ਼ਨ ਦੇ ਵਿੱਚ ਇਗਨੋਰਡ ਫੀਲ ਕਰਦਾ ਜਾਂ ਡਿਸਕਸ਼ਨ ਤੋਂ ਬਾਹਰ ਰਹਿ ਜਾਂਦਾ ਹੈ, ਬਟ ਅੱਜ ਦੀ ਵੀਡੀਓ ਸਿਰਫ ਉਹਨਾਂ ਵਾਸਤੇ ਹੈ। ਕੈਨੇਡੀਅਨ ਇੰਟਰਨੈਸ਼ਨਲ ਸਟੂਡੈਂਟਸ ਪਿਛਲੇ 1 ਸਾਲ ਤੋਂ ਕਨਫਿਊਜ਼ਡ ਫੀਲ ਕਰ ਰਹੇ ਹਨ। ਜਦੋਂ ਤੋਂ ਇਹ ਕੋਵਿਡ ਦਾ ਸੀਨ ਸ਼ੁਰੂ ਹੋਇਆ ਆਈ ਥਿੰਕ ਉਦੋਂ ਤੋਂ ਹੀ ਟਰੈਵਲ ਰਿਸਟ੍ਰਿਕਸ਼ਨਸ ਨੂੰ ਲੈ ਕੇ ਜਾਂ ਟਰੈਵਲ ਕਲੋਜ਼ਰਸ ਨੂੰ ਲੈ ਕੇ ਇੱਕ ਕਨਫਿਊਜ਼ਨ ਬਣੀ ਹੋਈ ਹੈ ਕਿ ਕਿਆ ਇੰਟਰਨੈਸ਼ਨਲ ਸਟੂਡੈਂਟਸ ਟਰੈਵਲ ਕਰ ਸਕਦੇ ਆ, ਕਦੇ ਟਰੈਵਲ ਖੋਲ ਦਿੱਤਾ ਜਾਂਦਾ ਹੈ, ਕਦੇ ਟਰੈਵਲ ਬੰਦ ਕਰ ਦਿੱਤਾ ਜਾਂਦਾ ਹੈ, ਜਾਂ ਫਿਰ ਇਸ ਟਰੈਵਲ ਨੂੰ ਸੁਪਰ ਰਿਸਟ੍ਰਿਕਟਡ ਬਣਾ ਦਿੱਤਾ ਜਾਂਦਾ ਹੈ। ਆਲ ਇਨ ਆਲ ਇੰਟਰਨੈਸ਼ਨਲ ਸਟੂਡੈਂਟਸ ਲਈ ਇੱਕ ਵੱਡੀ ਕਨਫਿਊਜ਼ਨ ਦਾ ਕਾਰਨ ਬਣਿਆ ਹੋਇਆ ਹੈ। ਜਿਹੜੇ ਇੰਟਰਨੈਸ਼ਨਲ ਐਪਲੀਕੈਂਟਸ ਇਸ ਵੇਲੇ ਕੈਨੇਡੀਅਨ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰਨ ਦੀ ਸੋਚ ਰਹੇ ਹਨ, ਉਹਨਾਂ ਲਈ ਕਨਫਿਊਜ਼ਨ ਇਹ ਹੈ ਕਿਆ ਸਾਡੀ ਕਲਾਸਿਸ ਆਨਲਾਈਨ ਹੋਣਗੀਆਂ, ਕਿਆ ਸਾਨੂੰ ਕੈਨੇਡਾ ਟਰੈਵਲ ਕਰਨਾ ਪਏਗਾ। ਜੇ ਇਹ ਕਲਾਸਿਸ ਆਨਲਾਈਨ ਹੋਣਗੀਆਂ ਤਾਂ ਸਾਨੂੰ ਕਿੰਨੀ ਦੇਰ ਤੱਕ ਇੰਡੀਆ ਵਿੱਚ ਜਾਂ ਆਪਣੀ ਹੋਮ ਕੰਟਰੀ ਵਿੱਚ ਇਹ ਕਲਾਸਿਸ ਕੰਟੀਨਿਊ ਕਰਨੀਆਂ ਪੈਣਗੀਆਂ ਐਂਡ ਕਿੰਨਾ ਹਿੱਸਾ ਇਸ ਸਟੱਡੀ ਦਾ ਕੈਨੇਡਾ ਜਾ ਕੇ ਪੂਰਾ ਹੋਏਗਾ। ਦੂਜੇ ਪਾਸੇ ਜਿਹੜੇ ਸਟੂਡੈਂਟਸ ਆਲਰੇਡੀ ਆਪਣੀ ਐਜੂਕੇਸ਼ਨ ਲਈ ਅਪਲਾਈ ਕਰ ਚੁੱਕੇ ਹਨ ਤੇ ਜਿਨ੍ਹਾਂ ਨੂੰ ਕਾਲਜ ਦਾ ਅਪਰੂਵਲ ਵੀ ਆ ਚੁੱਕਿਆ ਹੈ, ਉਹ ਇਸ ਕਨਫਿਊਜ਼ਨ ਦੇ ਵਿੱਚ ਨੇ ਕਿ ਕਾਲਜ ਦਾ ਅਪਰੂਵਲ ਤਾਂ ਠੀਕ ਹੈ, ਕਿਆ ਸਾਨੂੰ ਵੀਜ਼ਾ ਮਿਲੇਗਾ। ਕਈਆਂ ਦਾ ਵੀਜ਼ਾ ਇਨ ਪ੍ਰੋਸੈਸ ਹੈ ਬਟ ਹਜੇ ਤੱਕ ਉਹਨਾਂ ਨੂੰ ਫਾਈਨਲ PPR ਮੇਲ ਰਿਸੀਵ ਨਹੀਂ ਹੋਈ ਹੈ। ਇਸ ਦੌਰਾਨ ਕਈਆਂ ਨੂੰ ਰਿਫਿਊਜ਼ਲਸ ਵੀ ਆਏ ਨੇ। ਰੀਸੈਂਟਲੀ ਨਿਊਜ਼ ਦੇ ਵਿੱਚ ਇੱਕ ਨਵਾਂ ਰੂਲ ਵੀ ਮੈਂਸ਼ਨ ਹੋ ਰਿਹਾ ਕਿ ਜਦੋਂ ਕੋਈ ਟਰੈਵਲਰ ਕੈਨੇਡਾ ਦੇ ਵਿੱਚ ਲੈਂਡ ਕਰੇਗਾ ਤਾਂ ਪਹਿਲੇ 3 ਦਿਨ ਉਹਨੂੰ ਆਪਣੇ ਐਕਸਪੈਂਸ ਤੇ ਹੋਟਲ ਦੇ ਵਿੱਚ ਸਟੇ ਕਰਨਾ ਪਏਗਾ। ਇਹ ਰੂਲ ਕਿੰਨਾ ਕਿ ਐਕਿਊਰੇਟਲੀ ਨਿਊਜ਼ ਦੇ ਵਿੱਚ ਡਿਫਾਈਨ ਕੀਤਾ ਗਿਆ, ਇਹ ਸਾਰੀ ਕਨਫਿਊਜ਼ਨ ਇੰਟਰਨੈਸ਼ਨਲ ਸਟੂਡੈਂਟਸ ਲਈ ਬਣੀ ਹੋਈ ਹੈ। ਆਈ ਐਮ ਨਾਟ ਐਨ ਇੰਟਰਨੈਸ਼ਨਲ ਸਟੂਡੈਂਟ ਤਾਂ ਮੇਰੀ ਨੌਲੇਜ ਵੀ ਇਸ ਟੌਪਿਕ ਤੇ ਉਨੀ ਹੀ ਹੈ ਜਿੰਨੀ ਕਿ ਤੁਹਾਡੀ ਹੋਏਗੀ ਕਿਸੇ ਨਾ ਕਿਸੇ YouTube ਵੀਡੀਓ ਜਾਂ ਫਿਰ ਕਿਸੇ ਨਿਊਜ਼ ਆਰਟੀਕਲ ਨੂੰ ਪੜ੍ਹ ਕੇ। ਸੋ ਲੈਟਸ ਟਾਕ ਟੂ ਸਮਬਡੀ ਹੂ ਇਜ਼ ਆਲਰੇਡੀ ਬੀਨ ਥਰੂ ਦਿਸ ਪ੍ਰੋਸੈਸ। ਇਸ ਕਰਕੇ ਮੈਂ ਰੀਚ ਆਊਟ ਕੀਤਾ ਇੱਕ ਇੰਟਰਨੈਸ਼ਨਲ ਸਟੂਡੈਂਟ ਸਿਮਰਨਜੀਤ ਕੌਰ ਜੋ ਕਿ ਇਸ ਵਕਤ ਚੰਡੀਗੜ੍ਹ ਇੰਡੀਆ ਤੋਂ ਆਪਣੀ ਇੰਟਰਨੈਸ਼ਨਲ ਸਟੱਡੀਜ਼ ਕੈਨੇਡੀਅਨ ਇੰਟਰਨੈਸ਼ਨਲ ਸਟੱਡੀਜ਼ ਪਰਸਿਊ ਕਰ ਰਹੇ ਨੇ ਤੇ ਉਹਨਾਂ ਦਾ ਫਰਸਟ ਹੈਂਡ ਐਕਸਪੀਰੀਅੰਸ ਤੇ ਉਹਦੀ ਡਿਸਕਸ਼ਨ ਵਿਲ ਹੈਲਪ ਯੂ ਡਿਸਾਈਡ ਕਿ ਇਸ ਵੇਲੇ ਕੈਨੇਡੀਅਨ ਐਜੂਕੇਸ਼ਨ ਨੂੰ ਪਰਸਿਊ ਕਰਨ ਲਈ ਡਿਸੀਜਨ ਦੇ ਵਿੱਚ ਤੁਹਾਨੂੰ ਕੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ। ਸੋ ਲੈਟਸ ਵੈਰੀ ਕੁਇਕਲੀ ਮੂਵ ਔਨ ਟੂ ਸਿਮਰਨਜੀਤ ਕੌਰ ਫਰਮ ਚੰਡੀਗੜ੍ਹ। ਸਿਮਰਨਜੀਤ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ ਤੁਹਾਨੂੰ ਸਾਰਿਆਂ ਨੂੰ ਕਿ ਇਸ ਵੀਡੀਓ ਵਿੱਚ ਦਿੱਤੀ ਗਈ ਹਰੇਕ ਇਨਫੋਰਮੇਸ਼ਨ ਜਾਂ ਉਸ ਦੇ ਸੋਰਸ ਨੂੰ ऑफिशियल वेबसाइट्स के जरिए रीच आउट करके, फॉर एग्जांपल CIC या IRCC की ऑफिशियल वेबसाइट ਨੂੰ ਰੀਚ ਆਊਟ ਕਰਕੇ ਉਸ ਇਨਫੋਰਮੇਸ਼ਨ ਦੀ ਵੈਲਿਡਿਟੀ ਤੇ ਵੈਰੀਫਿਕੇਸ਼ਨ ਜ਼ਰੂਰ ਕਰਿਓ। ਕਿਸੇ ਵੀ YouTube ਵੀਡੀਓ ਜਾਂ ਕਿਸੇ ਵੀ ਆਨਲਾਈਨ ਚੈਨਲ ਤੋਂ ਮਿਲੀ ਹੋਈ ਇਨਫੋਰਮੇਸ਼ਨ ਨੂੰ ਵੈਰੀਫਾਈ ਕਰਨ ਤੋਂ ਬਾਅਦ ਹੀ ਆਪਣੀ ਪਲੈਨਿੰਗ ਜਾਂ ਆਪਣੇ ਕੋਰਸ ਨੂੰ ਅੱਗੇ ਵਧਾਓ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮਾਈ ਨੇਮ ਇਜ਼ ਸਿਮਰਨਜੀਤ ਕੌਰ ਐਂਡ ਆਈ ਐਮ ਹੇਅਰ ਬਿਕਾਜ਼ ਆਈ ਐਮ ਅ ਕੈਨੇਡੀਅਨ ਇੰਟਰਨੈਸ਼ਨਲ ਸਟੂਡੈਂਟ, ਬਟ ਆਈ ਐਮ ਸ਼ੋਰ ਤੁਹਾਨੂੰ ਦੇਖ ਕੇ ਲੱਗ ਨਹੀਂ ਰਿਹਾ ਹੋਵੇਗਾ ਕਿ ਇਹ ਕੈਨੇਡਾ, ਬਿਕਾਜ਼ ਆਈ ਐਮ ਵਨ ਆਫ ਦੋਜ਼ ਸਟੂਡੈਂਟਸ ਜਿਨ੍ਹਾਂ ਨੇ ਆਪਣੀ ਓਵਰਸੀਜ਼ ਐਜੂਕੇਸ਼ਨ ਇੰਡੀਆ ਤੋਂ ਕਰਨ ਦਾ ਡਿਸੀਜਨ ਲਿੱਤਾ ਸੀ। ਬਟ ਇਹ ਡਿਸੀਜਨ ਇੰਨਾ ਈਜ਼ੀ ਨਹੀਂ ਸੀਗਾ ਜਿੰਨਾ ਸੁਣਨ 'ਚ ਲੱਗ ਰਿਹਾ ਹੈ। ਬਹੁਤ ਸਾਰੀਆਂ ਕੰਪਲਿਕੇਸ਼ਨ, ਬਹੁਤ ਸਾਰੀਆਂ ਅਨਸਰਟਨਿਟੀਜ਼, ਮੈਨੀ ਥਿੰਗਸ ਡਿਡਨਟ ਗੋ ਅਕੋਰਡਿੰਗ ਟੂ ਪਲਾਨ, ਉਹ ਸਭ ਹੋਇਆ ਐਂਡ ਉਹੀ ਅੱਜ ਦੀ ਵੀਡੀਓ 'ਚ ਆਪਾਂ ਸ਼ੇਅਰ ਕਰਨ ਵਾਲੇ ਹਾਂ ਸੋ ਦੈਟ ਅਗਰ ਕਿਸੇ ਨੂੰ ਕੋਈ ਹੈਲਪ ਹੋ ਸਕੇ ਤਾਂ ਉਹ ਮੇਰੀ ਜਰਨੀ ਨੂੰ ਸੁਣ ਕੇ ਆਪਣੀ ਜਰਨੀ 'ਚ ਕੁਝ ਵੀ ਮੋਡੀਫਿਕੇਸ਼ਨਸ ਕਰ ਸਕਣ। ਮੈਂ ਕਿਹੜਾ ਕੋਰਸ ਲੈਣਾ ਹੈ, ਮੈਂ ਕਿਹੜਾ ਕਾਲਜ ਲੈਣਾ ਹੈ, ਫੀਸ ਕਿਵੇਂ ਅਰੇਂਜ ਹੋਏਗੀ, ਫੀਸ ਕਿੰਨੀ ਹੋਏਗੀ, ਮੈਨੂੰ ਹਜੇ ਇਸ ਬਾਰੇ ਕੁਝ ਨਹੀਂ ਪਤਾ ਸੀ। ਆਈ ਬਿਲੋਂਗ ਟੂ ਚੰਡੀਗੜ੍ਹ ਤਾਂ ਮੈਂ ਚੰਡੀਗੜ੍ਹ ਤੋਂ ਹੀ ਕੁਝ ਕੰਸਲਟੈਂਟਸ ਦੀ ਸਲਾਹ ਲਈ। ਨਾਓ ਵਨ ਫੋਰਮੋਸਟ ਟਿਪ ਵਿਚ ਆਈ ਵਾਂਟ ਟੂ ਗਿਵ ਇਜ਼ ਤੁਸੀਂ ਏਜੰਟ ਬੜੇ ਧਿਆਨ ਨਾਲ ਚੂਜ਼ ਕਰੋ, ਐਡਵਾਈਜ਼ਰ ਬੜੇ ਧਿਆਨ ਨਾਲ ਚੂਜ਼ ਕਰੋ, ਲੇਕਿਨ ਕਦੇ ਵੀ ਉਹਨਾਂ ਤੇ ਬਲਾਈਂਡ ਟਰਸਟ ਨਾ ਕਰੋ ਜਾਂ ਸਿਰਫ ਉਹਨਾਂ ਦੀ ਗੱਲ ਤੇ ਟਰਸਟ ਨਾ ਕਰੋ। ਇਸ ਲਈ ਨਹੀਂ ਕਿਉਂਕਿ ਉਹ ਕੁਝ ਫਰੋਡੂਲੈਂਟ ਕਰਨਗੇ ਜਾਂ ਉਹ ਤੁਹਾਨੂੰ ਸਹੀ ਨਹੀਂ ਦੱਸਣਗੇ, ਬਟ ਬਿਕਾਜ਼ ਇਹ ਐਵਰ ਚੇਂਜਿੰਗ ਇਨਵਾਇਰਨਮੈਂਟ ਹੈ। ਜਿਸ ਇਨਟੇਕ 'ਚ ਮੈਂ ਆਈ ਜਾਂ ਸੈਪਟੈਂਬਰ ਇਨਟੇਕ ਵਾਲੇ ਬੱਚਿਆਂ ਨੂੰ ਵੀ ਕੁਝ ਨਹੀਂ ਪਤਾ ਸੀ ਕਿ ਕਿਵੇਂ ਕੀ ਹੋਣਾ ਹੈ। Every day the situations, the rules are changing, new rules are being formed, ਤਾਂ many a times this can be the case ਕਿ ਤੁਹਾਡੇ ਏਜੰਟ ਨੂੰ ਵੀ ਪੂਰੀ ਇਨਫੋਰਮੇਸ਼ਨ ਨਹੀਂ ਪਤਾ ਹੈ। ਤਾਂ it's not because ਉਹ ਦੇਣਾ ਨਹੀਂ ਚਾਹ ਰਹੇ, it is because ਕਿ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ। ਤਾਂ ਕਰਕੇ ਤੁਹਾਨੂੰ ਹਮੇਸ਼ਾ ਆਪਣੀ ਰਿਸਰਚ ਨਾਲ ਕਰਨੀ ਹੀ ਚਾਹੀਦੀ ਹੈ। You should never just rely on the agent and what he says। ਮੈਂ ਇਹ ਪਰਸਨਲ ਐਕਸਪੀਰੀਅੰਸ ਤੋਂ ਬੋਲ ਰਹੀ ਹੂੰ ਕਿਉਂਕਿ ਜਦ ਮੈਂ ਏਜੰਟ ਲੱਭਿਆ I was very happy and ਸਭ ਕੁਝ ਡਿਸਾਈਡ ਹੋ ਗਿਆ, college, course, everything was according to my preference. Finally I decided that I want to enroll, but enroll ਕਰਨ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਕੁਝ AIP ਵਰਗਾ ਵੀ ਚੱਲ ਰਿਹਾ ਹੈ। ਹੁਣ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ
AIP means acceptance in person। ਇਹ ਉਹ ਡਾਕੂਮੈਂਟ ਹੈ ਜਿਹਦੇ ਨਾਲ ਤੁਹਾਨੂੰ ਇੱਕ ਫਰਸਟ ਸਟੇਜ ਅਪਰੂਵਲ ਮਿਲ ਜਾਂਦਾ ਹੈ। You are eligible to attend online classes with the help of this document। By no means is this your final study permit, but ਹਾਂ ਫਿਰ ਵੀ ਇੱਕ ray of hope ਹੋ ਜਾਂਦੀ ਹੈ that a person ਜਿਹਦੇ ਕੋਲ ਹੋਰ intake ਦੀ option ਨਹੀਂ ਹੈ ਜਾਂ ਇੱਕ ਬੰਦਾ ਜਿਹਦੇ ਕੋਲ time ਨਹੀਂ ਹੈ ਉਹ ਆਪਣੀ classes online ਹੀ ਸ਼ੁਰੂ ਕਰ ਸਕਦਾ ਹੈ। ਤਾਂ ਫਾਈਲ ਲਗਾਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ AIP ਵਰਗਾ ਕੁਝ ਵੀ ਹੁੰਦਾ ਹੈ। ਜਦ ਤੱਕ ਮੈਂ ਇਹ ਸਾਰੀ ਇਨਫੋਰਮੇਸ਼ਨ ਗੈਦਰ ਕਰ ਰਹੀ ਸੀ ਕਿ ਹਾਊ ਡਜ਼ AIP ਵਰਕ, ਕਿ ਸਾਨੂੰ ਮਿਲੇਗਾ ਜਾਂ ਨਹੀਂ ਮਿਲੇਗਾ, ਉਨੀ ਦੇਰ 'ਚ ਹੀ ਮੈਨੂੰ ਪਤਾ ਲੱਗਿਆ that ਜਨਵਰੀ ਇਨਟੇਕ 2021 ਵਾਲੇ ਸਟੂਡੈਂਟਸ ਵਾਸਤੇ AIP ਨੂੰ ਸਕ੍ਰੈਪ ਕਰ ਦਿੱਤਾ ਗਿਆ। ਤਾਂ ਮੇਰੀ ਸਭ ਤੋਂ ਬੜੀ ਪ੍ਰੋਬਲਮ ਤਾਂ ਇਹ ਸੀ ਕਿ AIP ਨਾਲ ਆਨਲਾਈਨ ਕਲਾਸਿਸ ਲਗਾਉਣ ਨੂੰ ਮਿਲ ਰਹੀਆਂ ਸੀ, ਕਿਆ ਹੁਣ ਆਨਲਾਈਨ ਕਲਾਸਿਸ ਲਗਾਉਣ ਨੂੰ ਮਿਲਣਗੀਆਂ ਜਾਂ ਸਾਡੇ ਵਾਸਤੇ ਕਿਆ ਪਲਾਨ ਆਫ ਐਕਸ਼ਨ ਹੋਣ ਵਾਲਾ ਹੈ ਟੂ ਐਕਚੁਅਲੀ ਲੈਂਡ ਇਨਟੂ ਦ ਕੋਰਸ, ਟੂ ਐਕਚੁਅਲੀ ਸਟਾਰਟ ਦ ਕੋਰਸ। ਬਟ ਵੀ ਵਰ ਸਟਿਲ ਵੈਰੀ ਆਪਟਿਮਿਸਟਿਕ ਕਿ ਬੜਾ ਨੋਰਮਲ ਵੀਜ਼ਾ ਪ੍ਰੋਸੈਸ ਚੱਲੇਗਾ, ਸਿੰਸ ਵੀਜ਼ਾ ਟਾਈਮਿੰਗ ਨੋਰਮਲ ਸਟੱਡੀ ਵੀਜ਼ਾ ਦੀ 4 to 6 ਵੀਕਸ ਦੀ ਹੁੰਦੀ ਹੈ। ਤਾਂ ਉਹਨੇ 'ਚ ਜਿੰਨੇ 'ਚ ਅਸੀਂ ਫਾਈਲ ਲਗਾਈ ਸੀ ਵੀਜ਼ਾ ਆ ਜਾਏਗਾ ਐਂਡ ਵੀਲ ਬੀ ਏਬਲ ਟੂ ਹੈਵ ਆਰ ਕਲਾਸਿਸ ਔਰ ਰਜਿਸਟਰ ਫॉर ਆਰ ਕਲਾਸਿਸ ਆਈਦਰ ਇਨ ਪਰਸਨ ਔਰ ਐਨ ਆਨਲਾਈਨ ਔਰ ਰਿਮੋਟ ਡਿਲੀਵਰੀ। ਬਟ ਇਹ ਜਿਹਾ ਨਹੀਂ ਹੋਇਆ। ਬਾਈ ਦ ਟਾਈਮ ਦੈਟ ਮੇਰੀ ਕਲਾਸਿਸ ਸ਼ੁਰੂ ਹੋਣ ਵਾਲੀਆਂ ਸੀ ਮੇਰੇ ਕੋਲ AIP ਨਹੀਂ ਸੀ, ਮੇਰੇ ਕੋਲ ਫਾਈਨਲ ਵੀਜ਼ਾ ਅਪਰੂਵਲ ਨਹੀਂ ਸੀ ਐਂਡ ਕਾਲਜ ਨੇ ਮਨਾ ਕਰਤਾ ਸੀ ਕਿ AIP ਜਾਂ ਫਾਈਨਲ ਵੀਜ਼ਾ ਅਪਰੂਵਲ ਤੋਂ ਬਿਨਾਂ ਕਿਸੇ ਨੂੰ ਕਲਾਸਿਸ ਨਹੀਂ ਲਗਾਉਣ ਦਿੱਤੀਆਂ ਜਾਣਗੀਆਂ। ਸੋ ਦੈਟ ਵਾਸ ਅ ਮੇਜਰ ਸਟ੍ਰੈਸ ਪੁਆਇੰਟ। ਡੈਫਰਮੈਂਟ ਦਾ ਕਿਆ ਪ੍ਰੋਸੀਜਰ ਹੋਏਗਾ ਉਹਦੇ ਵਾਸਤੇ ਅਲੱਗ ਰਿਸਰਚ ਕਰਨੀ ਪਏਗੀ। ਮੇਰੇ ਕੇਸ 'ਚ ਇੱਕ ਪ੍ਰੋਬਲਮ ਇਹ ਵੀ ਸੀ ਕਿ ਮੇਰਾ ਕੋਰਸ ਨਾ ਹੀ ਮਾਰਚ ਨਾ ਹੀ ਮਈ ਇਨਟੇਕ 'ਚ ਸੀਗਾ, ਤਾਂ ਅਗਰ ਮੈਂ ਡੈਫਰ ਕਰਾਉਂਦੀ ਤਾਂ ਮੇਰਾ ਸੈਪਟੈਂਬਰ 2021 ਦਾ ਇਨਟੇਕ ਹੁੰਦਾ ਵਿਚ ਵਾਸ ਨਾਟ ਅ ਰੀਲੀ ਰੀਜ਼ਨੇਬਲ ਟਾਈਮ ਟੂ ਵੇਟ। ਤਾਂ ਮੈਂ ਡਿਸਾਈਡ ਕੀਤਾ ਕਿ ਆਈ ਵੁੱਡ ਲੈਟ ਥਿੰਗਸ ਰਨ ਇਟਸ ਨੈਚੁਰਲ ਕੋਰਸ ਐਂਡ ਮੈਂ ਆਪਣੀ ਫਾਈਲ ਨੂੰ ਛੇੜੂੰਗੀ ਨਹੀਂ, ਬਿਕਾਜ਼ ਐਟ ਦ ਬੈਕ ਆਫ ਐਵਰੀਵਨਸ ਮਾਈਂਡ ਕਿਤੇ ਨਾ ਕਿਤੇ ਇਹ ਸੀਗਾ ਕਿ ਕੈਨੇਡੀਅਨ ਐਮਬੈਸੀ ਜਨਵਰੀ 2021 ਇਨਟੇਕ ਖਰਾਬ ਨਹੀਂ ਜਾਣ ਦੇਗੀ, ਕਿਉਂਕਿ ਮੇਰੇ ਵਰਗੇ ਹੋਰ ਬਹੁਤ ਬੱਚੇ ਸੀ। Almost 80% of the students did not have their final approvals or AIPs by the time ਜਦੋਂ ਉਹਨਾਂ ਦੀ ਕਲਾਸਿਸ ਸ਼ੁਰੂ ਹੋ ਰਹੀਆਂ ਸੀ। ਕਲਾਸਿਸ ਸ਼ੁਰੂ ਹੋਣ ਤੋਂ ਬਸ 10 ਕੁ ਦਿਨ ਪਹਿਲਾਂ ਇਮੀਗ੍ਰੇਸ਼ਨ ਤੇ ਕਾਲਜ ਦੋਨਾਂ ਨੇ ਅਨਾਉਂਸ ਕਰਤਾ। ਇਮੀਗ੍ਰੇਸ਼ਨ ਸੈਡ ਕਿ ਅਸੀਂ ਜਨਵਰੀ ਇਨਟੇਕ ਵਾਲੇ ਬੱਚਿਆਂ ਨੂੰ AIP ਦੇਣਾ ਸ਼ੁਰੂ ਕਰਾਂਗੇ ਤਾਂ ਕਿ ਉਹਨਾਂ ਦੀ ਕਲਾਸ ਖਰਾਬ ਨਾ ਹੋਏ, ਉਹ ਆਨਲਾਈਨ ਕਲਾਸਿਸ ਲਗਾ ਸਕਣ। ਐਂਡ ਕਾਲਜ ਨੇ ਕਹਿਤਾ ਕਿ ਤੁਹਾਨੂੰ AIP ਦੀ ਵੀ ਲੋੜ ਨਹੀਂ ਹੈ, ਯੂ ਕੈਨ ਜਸਟ ਅਟੈਂਡ ਕਲਾਸਿਸ। ਤੁਸੀਂ ਬਸ ਇੱਕ ਫਾਰਮ ਭਰਨਾ ਹੈ, ਰਿਸਕ ਐਨਾਲਾਈਜ਼ ਕਰਨਾ ਹੈ ਆਪਣਾ। ਉਹ ਰਿਸਕ ਕੀ ਹੈ? ਹੁਣ ਇੱਥੇ second tip is that ਆਪਣੀ refund policy, the risk which I am referring to here is the refund policy ਕਿ ਜੇ ਤੁਹਾਡਾ in the course of time rejection ਆਂਦਾ ਹੈ IRCC ਵੱਲੋਂ ਤਾਂ ਤੁਹਾਡਾ ਕਿੰਨਾ ਪੈਸਾ ਵਾਪਸ ਹੋਏਗਾ, ਕਿੰਨਾ ਪੈਸਾ ਉਹ ਤੁਹਾਨੂੰ ਦੇਣਗੇ ਵਾਪਸ। ਕਿਆ ਉਹ ਫਰਸਟ ਸਮੈਸਟਰ ਦੀ ਪੂਰੀ ਫੀ ਕੱਟ ਲੈਣਗੇ, ਕਿਆ ਉਹ ਨੋਮੀਨਲ 200-300 ਰੁਪੀਸ ਦਾ ਡਾਲਰਸ ਦਾ ਅਮਾਊਂਟ ਕੱਟਣਗੇ। ਸੋ all of that you should read very carefully, confirm with your agent and ਉਹਦੀ ਸਾਰੀ implications, ਉਹਦਾ ਮਤਲਬ ਕੀ ਨਿਕਲਦਾ ਹੈ ਉਹ ਅੱਛੀ ਤਰ੍ਹਾਂ ਸਮਝ ਲਓ। ਸੋ ਉਸ ਤੋਂ ਬਾਅਦ ਮੈਂ ਆਪਣੀ ਆਨਲਾਈਨ ਕਲਾਸਿਸ ਸ਼ੁਰੂ ਕਰ ਲੀਆਂ। ਹੁਣ ਰਾਈਟ ਨਾਓ ਆਲਸੋ ਮੈਂ ਆਪਣੀ ਆਨਲਾਈਨ ਕਲਾਸਿਸ ਲਗਾ ਰਹੀ ਹਾਂ। ਆਨਲਾਈਨ ਕਲਾਸਿਸ ਲਗਾਉਣ ਦੇ ਕੁਝ ਡਰਾਬੈਕਸ ਹੈ, ਕੁਝ ਪੋਜ਼ਿਟਿਵ ਚੀਜ਼ਾਂ ਹੈ। ਪੋਜ਼ਿਟਿਵ ਚੀਜ਼ਾਂ ਇਹ ਹੈ ਕਿ ਸਾਨੂੰ ਐਟਲੀਸਟ ਮੌਕਾ ਤਾਂ ਮਿਲ ਰਿਹਾ ਕਲਾਸਿਸ ਲਗਾਉਣ ਦਾ, ਨਹੀਂ ਤਾਂ ਮੈਨੂੰ ਡੈਫਰ ਕਰਵਾਉਣਾ ਪੈਂਦਾ, ਵੇਟ ਕਰਨੀ ਪੈਂਦੀ, ਸੈਪਟੈਂਬਰ 'ਚ ਐਡਮਿਸ਼ਨ ਮਿਲਦੀ ਨਾ ਮਿਲਦੀ ਐਂਡ SOP ਚੇਂਜ ਹੁੰਦਾ, ਇਮੀਗ੍ਰੇਸ਼ਨ 'ਚ ਦੁਬਾਰਾ ਫਾਈਲ ਜਾਂਦੀ, ਆਲ ਆਫ ਥੀਸ ਸਿਚੁਏਸ਼ਨਸ। ਤਾਂ ਉਹਨਾਂ ਤੋਂ ਆਪਾਂ ਬਚ ਗਿਆ। ਆਲਸੋ ਸਾਡੀ GIC ਵਿਚ ਐਵਰੀਬਡੀ ਮਸਟ ਨੋ ਕਿ ਇੱਕ ਇਨਵੈਸਟਮੈਂਟ ਹੁੰਦੀ ਹੈ ਜੋ ਆਪਾਂ ਉੱਥੇ ਕਰਦੇ ਹਾਂ ਐਂਡ ਮੋਸਟਲੀ ਲੋਕ ਉਹ ਖਰਚ ਲੈਂਦੇ ਆ ਜਦੋਂ ਕੈਨੇਡਾ 'ਚ ਕੰਮ ਕਰ ਰਹੇ ਹੁੰਦੇ ਆ, ਕੰਮ ਲੱਭ ਰਹੇ ਹੁੰਦੇ ਐਂਡ ਦੇ ਡੋਂਟ ਹੈਵ ਸਫੀਸ਼ੀਐਂਟ ਫੰਡਸ। ਤੇ ਉਹ ਸਾਡੀ ਬਚੀ ਹੋਈ ਹੈ ਬਿਕਾਜ਼ ਅਸੀਂ ਇੰਡੀਆ 'ਚ ਹਾਂ। ਹਰ ਇੱਕ ਬੰਦਾ ਕੋਈ ਨਾ ਕੋਈ ਪਾਰਟ ਟਾਈਮ ਜੌਬ ਇਸ ਏਜ 'ਤੇ ਕਰ ਰਿਹਾ ਹੁੰਦਾ, ਮੈਂ ਵੀ ਕਰ ਰਹੀ ਹਾਂ। ਸੋ ਉਸਦੇ ਕਰਕੇ ਥੋੜ੍ਹਾ ਹੈਕਟਿਕ ਜ਼ਰੂਰ ਹੋ ਜਾਂਦਾ ਕਿਉਂਕਿ ਤੁਸੀਂ ਆਪਣੀ ਕਲਾਸਿਸ ਵੀ ਮੈਨੇਜ ਕਰਨੀ ਹੈ, ਤੁਸੀਂ ਆਪਣੀ ਪਾਰਟ ਟਾਈਮ ਜੌਬ ਵੀ ਨਹੀਂ ਛੱਡਣਾ ਚਾਹੁੰਦੇ। ਐਟਲੀਸਟ ਮੈਂ ਤਾਂ ਨਹੀਂ ਛੱਡਣਾ ਚਾਹੁੰਦੀ ਸੀ ਕਿਉਂਕਿ ਮੈਂ ਹਜੇ ਵੀ ਨਹੀਂ ਛੱਡਿਆ ਬਿਕਾਜ਼ ਆਈ ਐਮ ਸਟਿਲ ਅਨਸ਼ੋਰ ਕਿ ਡਿਸੀਜਨ ਕਿਆ ਆਏਗਾ। ਮੇਰਾ ਫਾਈਨਲ ਰਿਜ਼ਲਟ ਇਜ਼ ਸਟਿਲ ਪੈਂਡਿੰਗ। ਤਾਂ ਥੋੜ੍ਹਾ ਹੈਕਟਿਕ ਹੋ ਜਾਂਦਾ ਚੀਜ਼ਾਂ ਨੂੰ ਮੈਨੇਜ ਕਰਨਾ। ਬਟ ਆਈ ਐਮ ਵੈਰੀ ਹੋਪਫੁਲ ਟੂ ਸੇ ਕਿ ਕਾਲਜ ਤੁਹਾਡੀ ਪੂਰੀ ਹੈਲਪ ਕਰਦਾ ਹੈ। ਦੇ ਆਰ ਵੈਰੀ ਫਲੈਕਸੀਬਲ ਇਨ ਦੋਜ਼ ਸਿਚੁਏਸ਼ਨਸ। ਹਮੇਸ਼ਾ ਦਿਮਾਗ 'ਚ ਜ਼ਰੂਰ ਰਹਿੰਦਾ ਹੈ ਕਿ ਵਾਟ ਇਫ ਦੇयर ਇਜ਼ ਅ ਰਿਫਿਊਜ਼ਲ, ਸਾਡੇ ਪੈਸੇ ਖਰਾਬ ਹੋ ਗਏ ਤਾਂ, ਗੋਡ ਫੋਰਬਿਡ ਡਿਸੀਜਨ ਸਾਡੇ ਫੇਵਰ 'ਚ ਨਹੀਂ ਹੋਇਆ ਤਾਂ। ਫਰਮ ਪਰਸਨਲ ਐਕਸਪੀਰੀਅੰਸ ਮੇਰੀ ਕੱਲ੍ਹ ਹੀ ਕਲਾਸਮੇਟ ਦਾ ਰਿਫਿਊਜ਼ਲ ਆਇਆ ਹੈ। ਇਟ ਵਾਜ਼ ਵੈਰੀ ਡਿਸਹਾਰਟਨਿੰਗ ਕਿਉਂਕਿ ਉਹ ਪ੍ਰੋਗਰਾਮ 'ਚ ਪੈ ਚੁੱਕੇ ਹੈ, ਦ ਪ੍ਰੋਫੈਸਰਸ ਨੋ ਦੈਮ, ਦੇ ਆਰ ਫੈਮਿਲੀਅਰ ਵਿਦ ਦ ਸਟੱਡੀ ਐਂਡ ਹੁਣ ਉਸ ਤੋਂ ਪਿੱਛੇ ਹਟਣਾ ਇਜ਼ ਅ ਵੈਰੀ ਬਿਗ ਡੀਲ। ਬਟ ਦ ਗੁੱਡ ਥਿੰਗ ਇਜ਼ ਕਿ ਤੁਹਾਡੇ ਪੈਸੇ ਸੇਫ ਸਾਈਡ ਰਹਿੰਦੇ ਹੈ, ਯੂ ਡੂ ਨਾਟ ਲੂਜ਼ ਔਨ ਦ ਫਾਈਨੈਂਸ਼ੀਅਲ ਸਾਈਡ। ਤਾਂ ਅਗਰ ਕਿਸੇ ਕੋਲ ਆਪਸ਼ਨ ਹੈ ਕਿ ਉਹ ਡੈਫਰ ਕਰਵਾ ਸਕਦੇ ਆ ਇਨ ਦ ਨੀਅਰੈਸਟ ਇਨਟੇਕ ਐਂਡ ਉਹਨਾਂ ਨੂੰ ਟਾਈਮ ਫਰੇਮ ਤੋਂ ਕੋਈ ਇਤਨਾ ਜ਼ਿਆਦਾ ਪ੍ਰੋਬਲਮ ਨਹੀਂ ਹੈ, ਦਿਸ ਇਜ਼ ਅ ਫਰੈਸ਼ ਫਾਈਲ, ਤਾਂ ਉਹਨਾਂ ਨੂੰ ਜ਼ਰੂਰ ਕਰਾ ਲੈਣਾ ਚਾਹੀਦਾ ਹੈ ਕਿਉਂਕਿ ਦੈਟ ਇਜ਼ ਦੀ ਅਲਟੀਮੇਟ ਸੇਫੈਸਟ ਆਪਸ਼ਨ ਜੋ ਤੁਸੀਂ ਲੈ ਸਕਦੇ ਹੋ। ਬਟ ਅਗਰ ਕਿਸੇ ਨੂੰ ਰਿਸਕ ਲੈਣਾ ਹੈ ਤਾਂ ਉਤਨੀ ਇੱਕ ਲਿਮਿਟ 'ਚ ਲੈਣਾ ਚਾਹੀਦਾ ਹੈ ਜਿਸ 'ਚ ਤੁਹਾਡਾ ਐਟਲੀਸਟ ਫਾਈਨੈਂਸ਼ੀਅਲ ਸਾਈਡ ਸਿਕਿਉਰ ਰਹੇ।
ਹੁਣ ਇਸ ਟਾਈਮ ਸਭ ਦੀ ਸਿਚੁਏਸ਼ਨ ਐਟ ਪ੍ਰੈਜ਼ੈਂਟ ਕਿਆ ਹੈ, ਦੈਟ ਐਵਰੀਬਡੀ ਜਿਨ੍ਹਾਂ ਨੇ ਜਨਵਰੀ ਇਨਟੇਕ ਵਾਸਤੇ ਫਾਈਲ ਲਗਾਈ ਸੀ, ਮੋਸਟ ਆਫ them are waiting for their approvals, waiting for their PPRs, and PPRs are passport submission requests, and ਉਦੋਂ ਤੱਕ ਸਭ ਦੀ ਜਾਨ ਅਟਕੀ ਰਹੇਗੀ ਕਿ ਰਿਫਿਊਜ਼ਲ ਹੈ ਜਾਂ ਐਕਸੈਪਟੈਂਸ ਹੈ। ਤੇ ਹੁਣ ਜੇ ਆਉਣ ਵਾਲੀ ਸਿਚੁਏਸ਼ਨ ਦੀ ਗੱਲ ਕੀਤੀ ਜਾਏ ਤਾਂ ਬਹੁਤ ਸਾਰੀਆਂ ਕੰਪਲਿਕੇਸ਼ਨਸ, ਬਹੁਤ ਸਾਰੀਆਂ ਅਨਸਰਟਨਿਟੀਜ਼ ਫੇਰ ਵੀ ਬਚਦੀਆਂ ਈਵਨ ਇਫ PPR ਇਜ਼ ਰਿਸੀਵਡ ਇਨ ਟਾਈਮ। ਪਹਿਲੀ ਚੀਜ਼ ਤਾਂ ਇਹ ਹੈ ਕਿ PPR ਟਾਈਮ ਸੇ ਰਿਸੀਵ ਹੋ ਜਾਏ। ਉਸ ਤੋਂ ਬਾਅਦ ਟਰੈਵਲ ਰਿਸਟ੍ਰਿਕਸ਼ਨਸ ਦਾ ਕੀ, ਕੈਨੇਡਾ ਗਵਰਨਮੈਂਟ ਹੈਜ਼ ਇੰਪੋਜ਼ਡ ਹੈਵੀ ਟਰੈਵਲ ਰਿਸਟ੍ਰਿਕਸ਼ਨਸ ਔਨ ਸਟੂਡੈਂਟਸ, ਤੇ ਉਹ ਰਿਸਟ੍ਰਿਕਸ਼ਨਸ ਵੀ ਹਰ ਰੋਜ਼ ਅਪਡੇਟ ਹੋ ਰਹੀਆਂ। ਜਿਵੇਂ ਕਿ ਹੁਣੀ ਰੀਸੈਂਟਲੀ ਤੁਹਾਨੂੰ ਜਾਂਦੇ ਹੀ $2000 ਤੱਕ ਦਾ ਖਰਚਾ ਕਰਨਾ ਪੈ ਸਕਦਾ ਹੈ ਟੂ ਸਟੇ ਇਨ ਅ ਗਵਰਨਮੈਂਟ ਆਥੋਰਾਈਜ਼ਡ ਹੋਟਲ, ਜਿਨ੍ਹਾਂ ਦੀ ਲਿਸਟ ਉਹਨਾਂ ਨੇ ਆਪਣੀ ਵੈਬਸਾਈਟ, ਆਫੀਸ਼ੀਅਲ ਵੈਬਸਾਈਟ ਤੇ ਪਾਈ ਹੋਈ ਹੈ। ਉੱਥੇ ਤੁਸੀਂ ਇੱਕ ਆਪਣਾ ਕੋਵਿਡ ਟੈਸਟ ਕਰਵਾਓਗੇ, PCR ਟੈਸਟ ਕਰਾਓਗੇ, ਐਂਡ ਉਹਦਾ ਜਦ ਤੱਕ ਰਿਜ਼ਲਟ ਨਹੀਂ ਆ ਸਕਦਾ ਤੁਹਾਨੂੰ ਉੱਥੇ ਹੀ ਰਹਿਣਾ ਪਏਗਾ। ਐਂਡ ਇਫ ਗੋਡ ਫੋਰਬਿਡ ਉਹ ਰਿਜ਼ਲਟ ਪੋਜ਼ਿਟਿਵ ਨਿਕਲਦਾ ਤਾਂ ਤੁਹਾਨੂੰ ਪ੍ਰੋਪਰ 14 ਡੇਜ਼ ਦੀ ਆਈਸੋਲੇਸ਼ਨ ਉੱਥੇ ਕਰਨੀ ਪਏਗੀ। ਨਹੀਂ ਵੀ ਹੋਏਗਾ ਤਾਂ ਵੀ ਤੁਹਾਨੂੰ ਆ ਕੇ ਕੁਆਰੰਟੀਨ ਕਰਨਾ ਹੀ ਹੈ। ਐਵੇਂ ਨਹੀਂ ਹੈ ਕਿ ਉੱਥੋਂ ਤੁਸੀਂ ਆਪਣਾ ਨੈਗੇਟਿਵ ਰਿਪੋਰਟ ਲੈ ਕੇ ਆਪਣੇ ਰਿਲੇਟਿਵਸ ਕੋਲ, ਫਰੈਂਡਸ ਕੋਲ ਰੁਕ ਸਕਦੇ ਹੋ। ਕੁਝ ਹੋਰ ਟਰੈਵਲ ਰਿਸਟ੍ਰਿਕਸ਼ਨਸ ਆਰ ਕਿ ਤੁਹਾਨੂੰ ਅਰਾਈਵ ਕੈਨ ਐਪ ਆਪਣੇ ਫੋਨ 'ਚ ਰੱਖਣੀ ਹੋਏਗੀ। ਤੁਹਾਨੂੰ ਇੰਡੀਆ ਤੋਂ ਵੀ ਇੱਕ ਕੋਵਿਡ ਟੈਸਟ ਵਿਚ ਇਜ਼ 72 ਆਵਰਸ ਪਹਿਲਾਂ ਕਰਾ ਕੇ ਜਾਣਾ ਹੀ ਪਏਗਾ। ਤੁਹਾਡੇ ਕੋਲ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ ਉੱਥੇ। ਐਜ਼ ਐਂਡ ਵੈਨ ਕੋਈ ਟਰੈਵਲ ਕਰਦਾ ਹੈ ਉਹੀ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕਦਾ ਹੈ, ਕਿਆ ਇਹ ਰੂਲਸ ਅਪਲਾਈ ਹੋ ਰਿਹਾ, ਕਿੰਨਾ ਐਕਸਪੈਂਸ ਸਟੂਡੈਂਟ ਲਈ ਪੈ ਜਾਏਗਾ ਓਵਰਆਲ। ਪਰ ਹਜੇ ਵੀ ਮੇਜਰ ਟੈਂਸ਼ਨ ਇਹੀ ਹੈ ਕਿ PPR ਸ਼ੁੱਡ ਕਮ ਇਨ ਟਾਈਮ, ਕਿਉਂਕਿ ਗਵਰਨਮੈਂਟ ਆਫ ਕੈਨੇਡਾ ਨੇ ਰੂਲ ਮੋਡੀਫਾਈ ਕੀਤਾ। ਹੁਣ ਕੋਈ ਵੀ ਬੱਚਾ December 31, 2021 ਤੱਕ ਆਪਣੀ ਓਵਰਸੀਜ਼ ਸਟੱਡੀ ਕਰ ਸਕਦਾ ਹੈ ਆਪਣੀ ਹੋਮ ਕੰਟਰੀ ਤੋਂ ਹੀ, ਤੇ ਫਿਰ ਵੀ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਸਤੇ ਐਲੀਜੀਬਲ ਰਹੇਗਾ। ਲੇਕਿਨ ਇਹਦਾ ਫਾਇਦਾ ਇੱਥੇ ਤੱਕ ਹੀ ਰਹਿੰਦਾ ਹੈ। CRS ਪੁਆਇੰਟਸ ਜੋ ਤੁਹਾਡੀ ਬਾਅਦ ਚੋਂ PR ਵਾਸਤੇ ਹੈਲਪ ਕਰਦੇ ਹੈ, ਉਸ 'ਚੋਂ ਸਟੱਡੀ ਨਹੀਂ ਕਾਊਂਟ ਹੋਏਗੀ ਇਫ ਯੂ ਆਰ ਨਾਟ ਪ੍ਰੈਜ਼ੈਂਟ, ਲੈਟਸ ਸੇ 2 years to 8 months, at least half of your program if you are not present in Canada, ਤੁਹਾਡੀ ਉਹ ਸਟੱਡੀ CRS ਵਾਸਤੇ ਕੈਲਕੂਲੇਟ ਨਹੀਂ ਹੋਏਗੀ। ਸੋ ਹੋਪਫੁਲੀ ਸਭ ਦੀ PPR ਟਾਈਮ ਤੇ ਆ ਜਾਏ ਤੇ ਅੱਗੇ ਆਉਣ ਵਾਲੇ ਬੱਚਿਆਂ ਵਾਸਤੇ ਪ੍ਰੋਸੈਸ ਸਮੂਥ ਰਹੇ। ਆਈ ਹੋਪ ਤੁਹਾਨੂੰ ਮੇਰੀ ਜਰਨੀ ਤੋਂ ਜਿੰਨੀ ਵੀ ਥੋੜੀ ਬਹੁਤ ਹੈਲਪ ਮਿਲ ਸਕਦੀ ਸੀ ਉਹ ਮਿਲੀ ਹੋਏਗੀ। ਐਂਡ ਇਫ ਯੂ ਲਾਈਕ ਦ ਵੀਡੀਓ ਦੈਨ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਸੋ ਆਈ ਥਿੰਕ ਇਸ ਵੀਡੀਓ ਨੂੰ ਦੇਖ ਕੇ ਉਹਨਾਂ ਸਾਰੇ ਐਪਲੀਕੈਂਟਸ ਜਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਥੋੜਾ ਆਈਡੀਆ ਤਾਂ ਹੋ ਹੀ ਗਿਆ ਹੋਏਗਾ ਕਿ ਇਸ ਵੇਲੇ ਕੈਨੇਡੀਅਨ ਐਜੂਕੇਸ਼ਨ ਨੂੰ ਆਪਟ ਕਰਨਾ ਕਿੰਨਾ ਕੁ ਈਜ਼ੀ ਆ, ਕਿੰਨਾ ਕੁ ਡਿਫਿਕਲਟ ਹੈ। ਆਫ ਕੋਰਸ ਇਹ ਸਾਰਿਆਂ ਦੀ ਆਪਣੀ ਫਾਈਨੈਂਸ਼ੀਅਲ ਜਾਂ ਪਰਸਨਲ ਸਰਕਮਸਟੈਂਸਿਸ ਤੇ ਵੀ ਡਿਪੈਂਡ ਕਰਦਾ ਹੈ, ਬਟ ਦੈਨ ਮੇਰੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਉਹਨਾਂ ਲੋਕਾਂ ਨਾਲ ਤੁਹਾਡੀ ਸਿੱਧੀ ਗੱਲਬਾਤ ਕਰਾਵਾਂ ਜਿਨ੍ਹਾਂ ਨੇ ਆਪਣੇ ਪ੍ਰੋਸੈਸ ਆਪ ਕੰਪਲੀਟ ਕੀਤੇ ਨੇ, ਨਾ ਸਿਰਫ ਕਿਸੇ ਨਿਊਜ਼ ਆਰਟੀਕਲ ਜਾਂ YouTube ਵੀਡੀਓ ਤੇ ਡਿਪੈਂਡ ਹੋਏ, ਬਲਕਿ ਆਪਣੇ ਆਪ ਆਪਣਾ ਰਸਤਾ ਲੱਭ ਕੇ ਜਿਨ੍ਹਾਂ ਨੇ ਆਪਣਾ ਕੇਸ ਆਪੇ ਬਿਲਡ ਕੀਤਾ, ਉਹਨਾਂ ਦੀ ਫਰਸਟ ਹੈਂਡ ਨੌਲੇਜ ਤੁਹਾਡੇ ਤੱਕ ਲਿਆਣਾ ਹੀ ਮੇਰਾ ਏਮ ਹੈ। ਤਾਂ ਜੇ ਤੁਹਾਨੂੰ ਇਹਨਾਂ ਵੀਡੀਓਜ਼ ਤੋਂ ਕੁਝ ਵੈਲਿਊ ਮਿਲਦੀ ਹੈ, ਜੇ ਤੁਹਾਨੂੰ ਇਹ ਵੀਡੀਓਜ਼ ਵੈਸੇ ਵੀ ਅੱਛੀਆਂ ਲੱਗਦੀਆਂ ਨੇ, ਜਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਇਹੋ ਜਿਹੇ ਸੋਰਸਸ ਔਰ ਰਿਸੋਰਸਿਸ ਨੂੰ ਇਕੱਠੇ ਕਰਕੇ ਇਹੋ ਜਿਹੀ ਵੀਡੀਓਜ਼ ਬਣਾਉਂਦਾ ਰਹਾਂ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓਜ਼ ਨੂੰ ਲਾਈਕ ਕਰੋ ਤੇ ਉਹਨਾਂ ਨਾਲ ਸ਼ੇਅਰ ਕਰੋ ਜਿਨ੍ਹਾਂ ਨੂੰ ਇਸ ਵੇਲੇ ਇਸ ਦੀ ਬਹੁਤ ਜ਼ਰੂਰਤ ਹੈ। ਥੈਂਕ ਯੂ।